ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਜਿਹੜੀ ਵਿੱਚ ਅਸੀਂ ਜੋ 11ਵੀਂ ਕਲਾਸ ਵਿੱਚ ਭਾਈ ਗੁਰਦਾਸ ਜੀ ਦੀ ਜਿਹੜੀ ਰਚਨਾ ਹੈ ਅੱਜ ਅਸੀਂ ਉਸ ਦਾ ਅਧਿਐਨ ਕਰਾਂਗੇ। ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਕਿ ਸਿੱਖ ਇਤਿਹਾਸ ਤੇ ਗੁਰਮਤ ਰਚਨਾ ਵਿੱਚ ਉੱਘੇ ਵਿਅਕਤੀ ਦਾ ਸਥਾਨ ਪ੍ਰਾਪਤ ਹੈ ਤੇ ਆਪ ਦੀ ਰਚਨਾ ਨੂੰ ਪੰਜਾਬੀ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਿੱਚ ਦੂਸਰਾ ਸਥਾਨ ਪ੍ਰਾਪਤ ਹੁੰਦਾ ਹੈ। तो ਅੱਜ ਅਸੀਂ ਉਹਨਾਂ ਦੀ ਰਚਨਾ ਹੈ ਉਸ ਬਾਰੇ ਅਧਿਐਨ ਕਰਾਂਗੇ। ਬਹੁਤ ਹੀ ਵਧੀਆ ਰਚਨਾ ਹੈ, ਉਮੀਦ ਕਰ ਰਹੀ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਏਗੀ। ਸੋ ਉਹਨਾਂ ਦੀ ਰਚਨਾ ਇਸ ਤਰ੍ਹਾਂ ਕੁਝ ਸ਼ੁਰੂ ਹੁੰਦੀ ਹੈ। ਸੁਖ ਰਾਜੇ ਹਰੀ ਚੰਦ ਘਰ। ਇੱਕ ਰਾਜਾ ਹੈ ਜਿਸ ਦਾ ਕਿ ਨਾਮ ਹੈ ਹਰੀ ਚੰਦ। ਉਸਦੇ ਘਰ ਕੀ ਬਹੁਤ ਸੁਖ ਹੈ। ਸੁਖ ਰਾਜੇ ਹਰੀ ਚੰਦ ਘਰ। ਰਾਜੇ ਹਰੀ ਚੰਦ ਜਿਹੜਾ ਰਾਜਾ ਉਸਦੇ ਘਰ ਬਹੁਤ ਸੁਖ ਹੈ। ਕਰ ਨਾਰ ਸੁਤਾਰਾ ਲੋਚਨ ਰਾਣੀ। ਕਹਿੰਦੇ ਤਾਰਾ ਜਿਹੜੀ ਕਿ ਉਸਦੀ ਸੁੰਦਰ ਅੱਖਾਂ ਵਾਲੀ ਜਿਹੜੀ ਰਾਣੀ ਸੀ, ਬਹੁਤ ਹੀ ਵਧੀਆ ਰਾਣੀ ਉਸਨੂੰ ਮਿਲੀ ਹੋਈ ਸੀ ਯਾਨੀ ਕਿ ਜਿਹੜਾ ਰਾਜਾ ਹਰੀਚੰਦ ਹੈ ਉਸਦੇ ਘਰ ਬਹੁਤ ਸੁੱਖ ਸੀ, ਧਨ ਦੌਲਤ ਸੀ। ਉਸਦੀ ਪਤਨੀ ਜਿਹੜੀ ਤਾਰਾ ਸੀ ਬਹੁਤ ਹੀ ਸੁੰਦਰ ਰਾਣੀ ਸੀ, ਵਧੀਆ ਸਮਝਦਾਰ ਰਾਣੀ ਉਸਨੂੰ ਮਿਲੀ ਹੋਈ ਸੀ। ਕਹਿੰਦੇ ਕਿ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ। ਸਾਧ ਸੰਗਤ ਮਿਲ ਗਾਵਦੇ ਕਹਿੰਦੇ ਕਿ ਉਸ ਨਗਰੀ ਵਿੱਚ ਜਿਹੜੀ ਸਾਧ ਸੰਗਤ ਸੀ ਮਿਲ ਕੇ ਰੱਬ ਦੀ ਉਸਤਤ ਵਿੱਚ ਉਸਦੇ ਭਜਨ ਸ਼ਬਦ ਜਿਹੜੀ ਕਿ ਗਾਉਂਦੀ ਸੀ ਤੇ ਰਾਤੀ ਜਾਏ ਸੁਣੇ ਗੁਰਬਾਣੀ। ਤੇ ਜਿਹੜੀ ਉਸਦੀ ਤਾਰਾ ਰਾਣੀ ਸੀ ਰਾਤ ਨੂੰ ਉੱਥੇ ਜਾ ਕੇ ਜਿੱਥੇ ਸਤਸੰਗ ਹੁੰਦਾ ਸੀ ਉੱਥੇ ਜਾ ਕੇ ਗੁਰਬਾਣੀ ਨੂੰ ਸੁਣਦੀ ਸੀ। ਰਾਜਾ ਹਰੀਚੰਦ ਜਿਸ ਦੇ ਘਰ ਕੀ ਬਹੁਤ ਸੁੱਖ ਸੀ, ਉਸਦੀ ਪਤਨੀ ਤਾਰਾ ਬਹੁਤ ਹੀ ਸੁੰਦਰ ਅਤੇ ਸਮਝਦਾਰ ਰਾਣੀ ਉਸਨੂੰ ਮਿਲੀ ਹੋਈ ਸੀ। ਉਸ ਨਗਰ ਵਿੱਚ ਜਿਹੜੇ ਲੋਕੀ ਸੀ ਰਾਤੀ ਸੰਗਤ ਸਾਰੀ ਬੈਠ ਕੇ ਸਤਸੰਗ ਕਰਦੀ ਸੀ, ਭਜਨ ਗਾਉਂਦੀ ਸੀ, ਸ਼ਬਦ ਗਾਉਂਦੀ ਸੀ ਤੇ ਰਾਜੇ ਦੀ ਜਿਹੜੀ ਪਤਨੀ ਰਾਣੀ ਤਾਰਾ ਹੈ ਉਹ ਉੱਥੇ ਜਾ ਕੇ ਗੁਰਬਾਣੀ ਨੂੰ ਸੁਣਦੀ ਸੀ। ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ। ਕਹਿੰਦੇ ਕਿ ਇੱਕ ਰਾਤ ਨੂੰ ਜਦੋਂ ਜਿਹੜੀ ਰਾਣੀ ਸੀ ਰਾਜੇ ਨੂੰ ਛੱਡ ਕੇ ਸਾਧ ਸੰਗਤ ਵਿੱਚ ਚਲੇ ਗਈ, ਸਤਸੰਗ ਸੁਣਨ ਚਲੇ ਗਈ, ਗੁਰਬਾਣੀ ਸੁਣਨ ਚਲੇ ਗਈ ਤਾਂ ਅੱਧੀ ਰਾਤ ਵੇਲੇ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਤਾਂ ਅੱਧੀ ਰਾਤ ਵੇਲੇ ਰਾਜੇ ਨੂੰ ਆ ਗਈ, ਉੱਠ ਗਿਆ ਤੇ ਉਸਨੇ ਉੱਥੇ ਰਾਣੀ ਨੂੰ ਨਾ ਦੇਖ ਕੇ ਉਸਦੇ ਮਨ ਵਿੱਚ ਹੈਰਾਨੀ ਵਰਤ ਗਈ ਕਿ ਉਸਦੀ ਪਤਨੀ ਕਿੱਥੇ ਹੈ। ਪਿੱਛੋਂ ਰਾਜਾ ਜਾਗਿਆ ਯਾਨੀ ਕਿ ਰਾਣੀ ਗਈ ਸੀ ਗੁਰਬਾਣੀ ਸੁਣਨ, ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਖਾਣੀ ਦੇਖਿਆ ਕਿ ਉਸਦੀ ਰਾਣੀ ਉਸਦੇ ਕੋਲ ਨਹੀਂ ਹੈ। ਰਾਣੀ ਦਿਸੀ ਨਾ ਆਵੇ ਮਨ ਵਿੱਚ ਵਰਤ ਗਈ ਹੈਰਾਨੀ ਕਿ ਰਾਣੀ ਜਦੋਂ ਉਸਨੂੰ ਨਹੀਂ ਦਿਸੀ ਮਹਿਲ ਵਿੱਚ ਤਾਂ ਰਾਜੇ ਦੇ ਮਨ ਵਿੱਚ ਬੜੀ ਹੈਰਾਨੀ ਹੋਈ ਕਿ ਅੱਧੀ ਰਾਤ ਨੂੰ ਉਸਦੀ ਪਤਨੀ ਜਿਹੜੀ ਰਾਣੀ ਸੀ ਉਹ ਕਿੱਥੇ ਗਈ ਹੈ। ਉਹ ਹੈਰਾਨ ਸੀ ਕਿ ਰਾਣੀ ਚਲੀ ਕਿੱਥੇ ਗਈ ਹੈ। ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ। ਜਿਸ ਤਰ੍ਹਾਂ ਕਿ ਇਨਸਾਨ ਦੇ ਮਨ ਵਿੱਚ ਜਦੋਂ ਸ਼ੱਕ ਪੈਦਾ ਹੋ ਜਾਏ ਨਾ ਤਾਂ ਉਸ ਸ਼ੱਕ ਨੂੰ ਦੂਰ ਕਰਨ ਲਈ ਉਹ ਕੁਝ ਵੀ ਜਿਹੜਾ ਕਿ ਕਰ ਸਕਦਾ ਹੈ। ਸੋ ਇਸ ਰਾਜੇ ਦੇ ਮਨ ਵਿੱਚ ਆਪਣੀ ਪਤਨੀ ਲਈ ਸ਼ੱਕ ਪੈਦਾ ਹੋ ਗਿਆ ਕਿ ਉਸਦੀ ਪਤਨੀ ਰਾਤੀ ਕਿੱਥੇ ਜਾਂਦੀ ਹੈ। ਫਿਰ ਕਿਸੇ ਹੋਰ ਰਾਤ ਨੂੰ ਜਦੋਂ ਇੱਕ ਦਿਨ ਹੋਰ ਰਾਜਾ ਜਿਹੜੀ ਰਾਣੀ ਸੀ ਰਾਤੀ ਅਗਲੇ ਦਿਨ ਜਾਂ ਕਿ ਥੋੜੇ ਦਿਨ ਬਾਅਦ ਰਾਣੀ ਫਿਰ ਸਤਸੰਗ ਜਾਂ ਗੁਰਬਾਣੀ ਸੁਣਨ ਗਈ ਤਾਂ ਫਿਰ ਕਿਸੇ ਹੋਰ ਰਾਤ ਨੂੰ ਰਾਜਾ ਉੱਠ ਕੇ ਉਸ ਜਿਹੜੀ ਤਾਰਾ ਰਾਣੀ ਦੇ ਮਗਰ ਚੱਲ ਪਿਆ, ਉਸਦਾ ਪਿੱਛਾ ਕਰਨ ਚੱਲ ਪਿਆ ਕਿ ਰਾਣੀ ਰਾਤੀ ਜਾਂਦੀ ਕਿੱਥੇ ਹੈ। ਰਾਣੀ ਬਹੁਤੀ ਸੰਗਤੀ ਯਾਨੀ ਕਿ ਰਾਣੀ ਜਦੋਂ ਰਾਜਾ ਜਿਹੜਾ ਸੀ ਰਾਣੀ ਦੇ ਪਿੱਛੇ ਚੱਲਦਾ ਗਿਆ ਰਾਣੀ ਨੂੰ ਦੇਖਣ ਵਾਸਤੇ ਕਿ ਰਾਣੀ ਕਿੱਥੇ ਜਾਂਦੀ ਹੈ। ਰਾਣੀ ਕਿੱਥੇ ਪਹੁੰਚ ਗਈ? ਰਾਣੀ ਸੰਗਤ ਵਿੱਚ ਪਹੁੰਚ ਗਈ। ਰਾਣੀ ਬਹੁਤੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ। ਨਿਸ਼ਾਨੀ ਦਾ ਮਤਲਬ ਇੱਥੇ ਹੈ ਨਿਸ਼ਾਨੀ, ਕਿਸੇ ਚੀਜ਼ ਦੀ ਨਿਸ਼ਾਨੀ ਖੜਨੀ। ਕਹਿੰਦੇ ਰਾਣੀ ਜਦੋਂ ਸੰਗਤ ਵਿੱਚ ਪਹੁੰਚ ਗਈ ਤਾਂ ਪਿੱਛੋਂ ਰਾਜਾ ਨਿਸ਼ਾਨੀ ਵਜੋਂ ਉਸਦੀ ਖੜਾਵਾਂ ਜਿਹੜੀ ਰਾਣੀ ਜਿਹੜੀ ਪਾਉਂਦੀ ਸੀ ਉਸਦੀ ਖੜਾਵ ਚੁੱਕ ਲਿਆਇਆ। ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ। ਧਿਆਨ ਨਾਲ ਇਸ ਗੱਲ ਨੂੰ ਸੁਣਨਾ ਕਿ ਜਦੋਂ ਰਾਜਾ ਜਿਹੜਾ ਸੀ ਰਾਣੀ ਦਾ ਪਿੱਛਾ ਕਰਦੇ ਉਸਦੇ ਪਿੱਛੇ ਗਿਆ ਤਾਂ ਉਹਨੇ ਦੇਖਿਆ ਕਿ ਰਾਣੀ ਜਿਹੜੀ ਸੰਗਤ ਵਿੱਚ ਜਾ ਕੇ ਬੈਠ ਗਈ ਹੈ। ਰਾਜਾ ਉੱਥੋਂ ਉਸਦੀ ਖੜਾਵ ਚੁੱਕ ਲਿਆਇਆ ਨਿਸ਼ਾਨੀ ਵਜੋਂ ਕਿ ਮੈਂ ਰਾਣੀ ਨੂੰ ਪੁੱਛਾਂਗਾ ਕਿ ਤੂੰ ਰਾਤੀ ਇੱਥੇ ਗਈ ਸੀ, ਆਦੇ ਮੈਂ ਤੇਰੀ ਖੜਾਵ ਚੁੱਕ ਕੇ ਲਿਆਇਆ ਵਾਂ। ਤੇ ਜਦੋਂ ਰਾਜਾ ਚਲਾ ਗਿਆ ਸੰਗਤ ਦਾ ਜਿਹੜਾ ਗੁਰਬਾਣੀ ਦਾ ਸਿਮਰਨ ਹੋ ਰਿਹਾ ਸੀ, ਜੋ ਵੀ ਨਾਮ ਸ਼ਬਦ ਹੋ ਰਹੇ ਸੀ, ਜਦੋਂ ਖਤਮ ਹੋ ਗਿਆ ਰਾਣੀ ਨੇ ਜਦੋਂ ਵਾਪਸ ਘਰ ਆਉਣਾ ਸੀ ਤਾਂ ਵਾਪਸ ਜਾਣ ਸਮੇਂ ਜਦੋਂ ਰਾਣੀ ਨੇ ਖੜਾਵ ਉੱਥੇ ਨਾ ਵੇਖੀ ਤਾਂ ਹੈਰਾਨ ਹੋ ਗਈ ਕਿ ਮੇਰੀ ਖੜਾਵ ਜਿਹੜੀ ਕਿੱਥੇ ਚਲੀ ਗਈ ਹੈ। ਫਿਰ ਸਾਰੀ ਸੰਗਤ ਨੂੰ ਜਦੋਂ ਪਤਾ ਲੱਗਾ ਕਿ ਰਾਣੀ ਪਰੇਸ਼ਾਨ ਹੈ, ਖੜਾਵ ਨਹੀਂ ਮਿਲ ਰਹੀ ਹੈ ਤਾਂ ਸਾਰੀ ਸੰਗਤ ਨੇ ਪ੍ਰਭੂ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਪਰਮਾਤਮਾ ਜੀ ਕੁਝ ਮਦਦ ਕਰੋ ਕਿਉਂਕਿ ਰਾਣੀ ਦੀ ਖੜਾਵ ਨਹੀਂ ਹੈ। ਖੜਾਵ ਨਹੀਂ ਹੋਏਗੀ ਘਰ ਕਿਸ ਤਰ੍ਹਾਂ ਜਾਏਗੀ? ਰਾਜੇ ਕੋਲ ਜਾਏਗੀ ਤੇ ਰਾਜਾ ਉਸਨੂੰ 100 ਸਵਾਲ ਕਰੇਗਾ। ਸਾਧ ਸੰਗਤ ਆਰਾਧਿਆ, ਸਾਰੀ ਸੰਗਤ ਨੇ ਮਿਲ ਕੇ ਪਰਮਾਤਮਾ ਅੱਗੇ ਬੇਨਤੀ ਕੀਤੀ। ਜੋੜੀ ਜੁੜੀ ਖੜਾਵ ਪੁਰਾਣੀ ਤੇ ਉਹ ਜਿਹੀ ਪੁਰਾਣੀ ਖੜਾਵ ਇੱਕ ਹੋਰ ਉੱਥੇ ਆ ਗਈ। ਇੱਕ ਚਮਤਕਾਰ ਹੋਇਆ, ਉੱਥੇ ਇੱਕ ਹੋਰ ਖੜਾਵ ਉਸੇ ਤਰ੍ਹਾਂ ਦੀ ਆ ਗਈ ਤੇ ਖੜਾਵ ਦੀ ਫਿਰ ਜਿਹੜੀ ਰਾਣੀ ਜਿਹੜੀ ਖੜਾਵ ਪਾਉਣੀ ਸੀ ਉਸਦੀ ਜੋੜੀ ਫਿਰ ਬਣ ਗਈ। ਇੱਕ ਖੜਾਵ ਉਹਦੀ ਰਾਜਾ ਚੁੱਕ ਕੇ ਲੈ ਗਿਆ ਸੀ। ਸਾਧ ਸੰਗਤ ਨੇ ਪਰਮਾਤਮਾ ਅੱਗੇ ਜਦੋਂ ਬੇਨਤੀ ਕੀਤੀ ਤਾਂ ਉੱਥੇ ਇੱਕ ਹੋਰ ਖੜਾਵ ਆ ਗਈ ਔਰ ਖੜਾਵਾਂ ਦੀ ਫਿਰ ਜਿਹੜੀ ਕਿ ਜੋੜੀ ਬਣ ਗਈ।
ਰਾਜੇ ਡਿੱਠਾ ਚਲਤ ਇਹ ਖੜਾਵ ਇਹ ਚੋਜ ਵਡਾਣੀ। ਰਾਜੇ ਨੇ ਜਦੋਂ ਇਹ ਕੌਤਕ ਵੇਖਿਆ, ਇਹ ਚਮਤਕਾਰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਸਾਧ ਸੰਗਤ ਵਿੱਚ, ਸਤ ਸੰਗ ਵਿੱਚ ਜਿਹੜੀ ਕਿ ਬਹੁਤ ਸ਼ਕਤੀ ਹੁੰਦੀ ਹੈ, ਸਾਨੂੰ ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਯਾਨੀ ਕਿ ਪਰਮਾਤਮਾ ਦੇ ਸਿਮਰਨ ਵਿੱਚ, ਪਰਮਾਤਮਾ ਦੇ ਸਤ ਸੰਗ ਵਿੱਚ ਸਾਧ ਸੰਗਤ ਜਦੋਂ ਮਿਲ ਕੇ ਅਰਦਾਸ ਕਰਦੀ, ਉਸ ਵਿੱਚ ਬਹੁਤ ਜਿਹੜੀ ਕਿ ਸ਼ਕਤੀ ਹੁੰਦੀ ਹੈ ਔਰ ਇਸ 'ਤੇ ਕਦੀ ਵੀ ਸਾਨੂੰ ਸ਼ੱਕ ਜਿਹੜਾ ਹੈ ਨਹੀਂ ਕਰਨਾ ਚਾਹੀਦਾ। ਸੋ ਭਾਈ ਗੁਰਦਾਸ ਜੀ ਦੀ ਰਚਨਾ ਕਰ ਰਹੇ ਹਾਂ। ਪਹਿਲਾ ਪੈਰੇ ਵਿੱਚ ਅਸੀਂ ਜਿਹੜਾ ਕਿ ਉਸ ਰਾਜੇ ਬਾਰੇ, ਹਰੀਚੰਦ ਰਾਜੇ ਬਾਰੇ ਪੜ੍ਹਿਆ ਸੀ। ਹੁਣ ਦੂਸਰੇ ਪੈਰੇ ਵਿੱਚ ਅਸੀਂ ਪੜ੍ਹਨ ਜਾ ਰਹੇ ਹਾਂ, ਜੋ ਕਿ ਸਭ ਨੂੰ ਹੀ ਪਤਾ ਹੋਏਗਾ ਇਸ ਕਹਾਣੀ ਬਾਰੇ। ਕ੍ਰਿਸ਼ਨ ਜੀ ਦੀ ਤੇ ਉਹਨਾਂ ਦੇ ਬਾਲ ਸਖਾ, ਜਿਹੜੇ ਉਹਨਾਂ ਦੇ ਬਚਪਨ ਦੇ ਦੋਸਤ ਸੁਦਾਮਾ ਜੀ ਬਾਰੇ ਸੀ। ਇੱਕ ਜਿਹੜਾ ਛੋਟਾ ਜਿਹਾ ਉਹਨਾਂ ਦਾ ਹੈ ਕਥਾ, ਉਹ ਸਭ ਨੂੰ ਪਤਾ ਹੀ ਹੋਏਗੀ, ਪਰ ਚਲੋ ਅਸੀਂ ਅੱਜ ਦਾ ਸਭ ਅਧਿਐਨ ਕਰਾਂਗੇ। ਬਿਪ ਸੁਦਾਮਾ ਦਾਲਦੀ ਬਾਲ ਸਖਾ ਮਿੱਤਰ ਸਦਾਏ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸੁਦਾਮਾ ਨਾਮਕ ਜਿਹੜਾ ਕਿ ਇੱਕ ਬ੍ਰਾਹਮਣ ਸੀ, ਬਹੁਤ ਨਿਰਧਨ ਸੀ, ਗਰੀਬ ਸੀ। ਬਿਪ ਸੁਦਾਮਾ ਦਾਲਦੀ, ਬਿਪ ਦਾ ਮਤਲਬ ਬ੍ਰਾਹਮਣ ਹੈ, ਦਾਲ ਦੀ ਮਤਲਬ ਗਰੀਬੀ ਹੈ ਔਰ ਬਾਲ ਸਖਾਏ ਮਤਲਬ ਬਚਪਨ ਦਾ ਦੋਸਤ ਹੈ। ਕਿ ਬਿਪ ਸੁਦਾਮਾ ਦਾਲਦੀ ਬਾਲ ਸਖਾਏ ਮਿੱਤਰ ਸਦਾਏ, ਕਿ ਸੁਦਾਮਾ ਨਾਮਕ ਜਿਹੜਾ ਬ੍ਰਾਹਮਣ ਸੀ ਬਹੁਤ ਗਰੀਬ ਸੀ। ਉਹ ਬਾਲ ਉਮਰ ਤੋਂ ਹੀ ਕ੍ਰਿਸ਼ਨ ਜੀ ਦਾ ਮਿੱਤਰ ਕਹਾਉਂਦਾ ਹੈ, ਕਿ ਸ਼ੁਰੂ ਤੋਂ ਕਹਿ ਦਿੰਦਾ ਕਿ ਉਹ ਬਚਪਨ ਦਾ ਕ੍ਰਿਸ਼ਨ ਜੀ ਦਾ ਦੋਸਤ ਹੈ। ਉਹ ਬਹੁਤ ਵਿਚਾਰਾ ਗਰੀਬ ਸੀ। ਕ੍ਰਿਸ਼ਨ ਜੀ ਤਾਂ ਬਹੁਤ ਵੱਡੇ ਰਾਜਾ ਬਣ ਗਏ, ਪਰਮਾਤਮਾ ਦਾ ਰੂਪ ਕਿਹਾ ਜਾਂਦਾ, ਰਾਜਾ ਜੀ ਬਣ ਗਏ। ਔਰ ਉਹ ਜਿਹੜਾ ਸੁਦਾਮਾ ਸੀ ਉਹਨਾਂ ਦਾ ਮਿੱਤਰ ਸੀ, ਬਹੁਤ ਹੀ ਵਿਚਾਰਾ ਗਰੀਬੀ ਦੇ ਦਿਨ ਬਿਤਾ ਰਿਹਾ ਸੀ। ਤੇ ਜਦੋਂ ਉਸਦੀ ਪਤਨੀ, ਸੁਦਾਮਾ ਦੀ ਪਤਨੀ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਤੀ ਦਾ ਜਿਹੜਾ ਦੋਸਤ ਕ੍ਰਿਸ਼ਨ ਹੈ ਬਹੁਤ ਹੀ ਵੱਡਾ ਰਾਜਾ ਹੈ, ਤਾਂ ਉਸਦੀ ਪਤਨੀ ਹੈ ਉਸਨੂੰ ਕਹਿੰਦੀ ਹੈ ਕਿ ਆਪਣੇ ਦੋਸਤ ਕੋਲ ਕੁਝ ਮਦਦ ਲੈ ਲੈ, ਕਿ ਘਰ ਵਿੱਚ ਬੱਚਿਆਂ ਨੂੰ ਰੋਟੀ ਵੀ ਨਹੀਂ ਮਿਲੀ, ਤਾਂ ਆਪਣੇ ਦੋਸਤ ਦੇ ਘਰ ਜਾ, ਦੋਸਤ ਦੇ ਮਹਿਲ ਜਾ, ਤਾਂ ਕੋਈ ਮਦਦ ਲੈ ਕੇ ਆ। ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਕਹਿੰਦੇ ਨੇ ਕਿ ਸੁਦਾਮਾ ਦੀ ਬ੍ਰਾਹਮਣੀ, ਉਸਦੀ ਪਤਨੀ ਉਸਦੇ ਪਿੱਛੇ ਪੈ ਗਈ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਕਿ ਕ੍ਰਿਸ਼ਨ ਜੀ ਨੂੰ ਜਾ ਕੇ ਮਿਲੇ ਤੇ ਉਸ ਕਹੇ ਕ੍ਰਿਸ਼ਨ ਨੂੰ ਜਾ ਕੇ ਸਾਡੇ ਘਰ ਦੀ ਜਿਹੜੀ ਗਰੀਬੀ ਹੈ ਉਸਨੂੰ ਦੂਰ ਕਰਨ। ਲਾਗੂ ਹੋਈ ਬਾਹਮਣੀ ਯਾਨੀ ਕਿ ਸੁਦਾਮਾ ਦੀ ਪਤਨੀ ਉਸਦੇ ਪਿੱਛੇ ਲੱਗ ਗਈ, ਕਹਿੰਦੀ ਕਿ ਆਪਣੇ ਮਿੱਤਰ ਜਗਦੀਸ਼ ਨੂੰ ਜਾ ਕੇ ਮਿਲ ਤੇ ਉਸ ਨੂੰ ਮਿਲ ਕੇ ਆਪਣੇ ਘਰ ਦੀ ਜਿਹੜੀ ਗਰੀਬੀ ਹੈ ਉਹ ਦੂਰ ਕਰ ਵੀ। ਹਾਲਾਂਕਿ ਸੁਦਾਮਾ ਜਿਹੜਾ ਸੀ ਉਸਦਾ ਦਿਲ ਮੰਗਣ ਤੋਂ ਨਹੀਂ ਸੀ ਕਰਦਾ ਸੀ, ਉਹ ਨਹੀਂ ਸੀ ਜਾਣਾ ਚਾਹੁੰਦਾ, ਪਰ ਉਸਦੀ ਪਤਨੀ ਦੇ ਬਾਰ-ਬਾਰ ਜ਼ੋਰ ਲਾਉਣ ਤੇ ਉਸਨੇ ਸੋਚਿਆ ਕਿ ਠੀਕ ਹੈ ਉਹ ਚਲੇ ਜਾਂਦਾ ਹੈ। ਚਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ। ਕਹਿੰਦੇ ਨੇ ਕਿ ਸੁਦਾਮੇ ਦਾ ਦਿਲ ਬਿਲਕੁਲ ਨਹੀਂ ਸੀ, ਪਰ ਕਈ ਵਾਰ ਆਪਣੀਆਂ ਕਈ ਸੋਚਾਂ ਸੋਚਦਾ, ਪਤਨੀ ਦੇ ਬਾਰ-ਬਾਰ ਕਹਿਣ ਤੇ ਉਹ ਚੱਲ ਪਿਆ, ਤੁਰਦਾ ਜਾ ਰਿਹਾ ਸੀ। ਕਿ ਉਹ ਸੋਚ ਰਿਹਾ ਸੀ ਕਿ ਉਸਦੀ ਕ੍ਰਿਸ਼ਨ ਦੇ ਨਾਲ ਮੁਲਾਕਾਤ ਕਿਵੇਂ ਹੋਏਗੀ, ਕੌਣ ਉਸਦੀ ਉਹਨਾਂ ਨਾਲ ਮੁਲਾਕਾਤ ਕਰਾਏਗਾ, ਕਿ ਕ੍ਰਿਸ਼ਨ ਉਸਨੂੰ ਪਹਿਚਾਨੇਗਾ ਕਿ ਨਹੀਂ ਪਹਿਚਾਨੇਗਾ। ਜੇ ਪਹਿਚਾਨ ਵੀ ਲਿਆ ਤੇ ਮੇਰੀ ਗਰੀਬੀ ਵੇਖ ਕੇ ਮੈਨੂੰ ਅੰਦਰ ਆਪਣੇ ਘਰ ਦੇ ਅੰਦਰ ਆਉਣ ਦੇਗਾ ਜਾਂ ਨਹੀਂ ਆਉਣ ਦੇਗਾ। ਕਿਉਂਕਿ ਅਕਸਰ ਅਸੀਂ ਅੱਜ ਦੇ ਸਮੇਂ 'ਚ ਤਾਂ ਦੇਖਦੇ ਹੀ ਹਾਂ ਕਿ ਦੋ ਦੋਸਤ ਹੋਣੇ, ਇੱਕ ਬਹੁਤ ਅਮੀਰ ਹੋ ਜਾਏ ਤੇ ਅਮੀਰੀ ਦੇ ਕਰਕੇ ਪੈਸੇ ਦਾ ਕਈਆਂ ਨੂੰ ਇੰਨਾ ਨਸ਼ਾ ਹੋ ਜਾਂਦਾ ਕਿ ਆਪਣੇ ਦੋਸਤ, ਗਰੀਬ ਦੋਸਤ ਜਾਂ ਜਿਸ ਕੋਲ ਪੈਸਾ ਘੱਟ ਹੋਏ, ਲੋਕ ਉਸਨੂੰ ਪਹਿਚਾਣਦੇ ਨਹੀਂ ਆ, ਉਸ ਨਾਲ ਮਿਲਣੋਂ ਥੋੜਾ ਜਿਹਾ ਕਤਰਾਉਂਦੇ ਨੇ, ਅੱਜ ਕੱਲ੍ਹ ਲੋਕ ਕਰਦੇ ਨੇ। ਸੋ ਉਸ ਸਮੇਂ ਵਿੱਚ ਵੀ ਬ੍ਰਾਹਮਣ ਜਿਹੜਾ ਸੁਦਾਮਾ ਸੋਚਦਾ ਜਾ ਰਿਹਾ ਹੈ ਕਿ ਉਸਦਾ ਜਿਹੜਾ ਦੋਸਤ ਕ੍ਰਿਸ਼ਨ ਹੈ ਕਿ ਉਸਨੂੰ ਮਿਲੇਗਾ, ਆਪਣੇ ਘਰ ਬੁਲਾਏਗਾ ਜਾਂ ਅੰਦਰ ਆਉਣ ਦੇਗਾ ਕਿ ਨਹੀਂ ਦੇਗਾ, ਕਿਉਂਕਿ ਸੁਦਾਮਾ ਜਿਹੜਾ ਕਿ ਬਹੁਤ ਗਰੀਬ ਸੀ। ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ। ਕਹਿੰਦੇ ਹੀ ਗੱਲਾਂ ਸਭ ਸੋਚਦਾ ਹੋਇਆ ਜਦੋਂ ਕ੍ਰਿਸ਼ਨ ਜੀ ਦੇ ਦੁਆਰਕਾ ਨਗਰੀ ਵਿੱਚ ਪਹੁੰਚਿਆ, ਸੁਦਾਮਾ ਪਹੁੰਚਿਆ, ਤਾਂ ਰਾਜਾ ਰਾਜਦੁਆਰ ਉੱਤੇ ਜਾ ਕੇ ਖੜਾ ਹੋਇਆ। ਕਿ ਰਾਜੇ ਦੇ, ਕ੍ਰਿਸ਼ਨ ਦੇ ਜਿਹੜਾ ਰਾਜ ਮਹਿਲ ਸੀ ਉਹ ਦਰਵਾਜ਼ੇ ਤੇ ਜਾ ਕੇ ਖੜਾ ਹੋਇਆ। ਬਹੁਤ ਵੱਡਾ ਨਗਰ ਸੀ, ਬਹੁਤ ਵੱਡਾ ਮਹਿਲ ਸੀ, ਉੱਥੇ ਜਾ ਕੇ ਖੜਾ ਹੋ ਗਿਆ। ਦੂਰੋਂ ਦੇਖ ਕੇ ਡੰਡੌਤ ਕਰ ਛੱਡ ਸਿੰਘਾਸਣ ਹਰੀ ਜਾ ਆਏ। ਬਹੁਤ ਹੀ ਵਧੀਆ ਲਾਈਨ ਹੈ ਕਿ ਕਹਿੰਦੇ ਨੇ ਕਿ ਜਦੋਂ ਬ੍ਰਾਹਮਣ ਸੁਦਾਮਾ ਸੋਚਦਾ ਕ੍ਰਿਸ਼ਨ ਦੇ ਦੁਆਰ ਪਹੁੰਚਿਆ, ਤਾਂ ਕ੍ਰਿਸ਼ਨ ਜੀ ਨੇ ਜਦੋਂ ਦੂਰੋਂ ਹੀ ਸੁਦਾਮੇ ਨੂੰ ਦੇਖਿਆ, ਦੂਰੋਂ ਹੀ ਕ੍ਰਿਸ਼ਨ ਜੀ ਨੇ ਸੁਦਾਮੇ ਨੂੰ ਦੇਖਿਆ, ਉਹ ਆਪਣਾ ਸਿੰਘਾਸਨ ਛੱਡ ਕੇ ਉਸ ਕੋਲ ਆਏ ਤੇ ਉਸਨੂੰ ਚੁੱਕ ਕੇ ਨਮਸਕਾਰ ਕੀਤੀ। ਦੂਰੋਂ ਦੇਖ ਕੇ ਹੀ ਕ੍ਰਿਸ਼ਨ ਜੀ ਆਪਣਾ ਸਿੰਘਾਸਨ ਛੱਡ ਕੇ ਆਪਣੇ ਦੋਸਤ ਨੂੰ ਮਿਲਣ ਆ ਗਏ, ਨੂੰ ਆ ਕੇ ਨਮਸਕਾਰ ਕੀਤੀ। ਪਹਿਲਾ ਦੇ ਪ੍ਰਦਖਣਾ ਪੈਰੀ ਪੈ ਕੇ ਗੱਲ ਲਾਏ। ਪ੍ਰਦਖਣਾ ਹੁੰਦਾ ਕਿ ਕਿਸੇ ਦੇ ਇਨਸਾਨ ਦੇ ਚਾਰੋਂ ਤਰਫ ਪਰਿਕਰਮਾ ਕਰ ਲੈਣੀ, ਚੱਕਰ ਕੱਟ ਲੈਣਾ। ਕਹਿੰਦੇ ਕਿ ਉਹਨਾਂ ਨੇ, ਕ੍ਰਿਸ਼ਨ ਜੀ ਨੇ ਪਹਿਲਾਂ ਸੁਦਾਮੇ ਦੁਆਲੇ ਪਰਿਕਰਮਾ ਕੀਤੀ, ਫਿਰ ਉਸਦੇ ਪੈਰ ਧੋਏ ਤੇ ਫਿਰ ਉਸਨੂੰ ਗਲ ਦੇ ਨਾਲ ਲਾਇਆ। ਪਹਿਲਾਂ ਦੇ ਪ੍ਰਦਖਣਾ, ਪਹਿਲਾਂ ਪ੍ਰਦਖਣਾ ਕੀਤੀ, ਪੈਰੀ ਪੈ, ਕ੍ਰਿਸ਼ਨ ਜੀ ਸੁਦਾਮਾ ਦੇ ਪੈਰੀ ਪਏ, ਮੱਥਾ ਟੇਕਿਆ, ਫਿਰ ਗਲ ਲਾਏ, ਫਿਰ ਉਸਨੂੰ ਆਪਣੇ ਗਲੇ ਦੇ ਨਾਲ ਲਾਇਆ। ਸੁਦਾਮਾ ਬਹੁਤ ਹੈਰਾਨ ਹੋ ਰਿਹਾ ਸੀ ਕਿ ਉਹ ਤਾਂ ਕੀ ਸੋਚ ਰਿਹਾ ਸੀ ਕਿ ਉਸਦਾ ਦੋਸਤ ਰਾਜਾ ਹੈ, ਉਸਨੂੰ ਮਿਲੇਗਾ ਵੀ ਨਹੀਂ, ਪਰ ਇੱਥੇ ਤੇ ਰਾਜਾ ਜਿਹੜਾ ਸਾ ਦੋਸਤ ਹੈ ਉਸਨੂੰ ਬਹੁਤ ਪਿਆਰ ਔਰ ਇੱਜ਼ਤ ਜਿਹੜੀ ਕਿ ਦੇ ਰਿਹਾ ਹੈ। ਚਰਨ ਉਦਕਲੇ ਪੈਰ ਧੋਏ ਸਿੰਘਾਸਨ ਉੱਪਰ ਬਿਠਾਏ। ਕਹਿੰਦੇ ਕ੍ਰਿਸ਼ਨ ਜੀ ਨੇ ਸੁਦਾਮੇ ਨੂੰ ਸਿੰਘਾਸਨ ਤੇ ਬਿਠਾ ਕੇ ਜਿਹੜੇ ਉਸਦੇ ਕੀ ਪੈਰ ਸੀ, ਸੁਦਾਮਾ ਦੇ ਪੈਰ ਧੋਤੇ ਤੇ ਚਰਨਾਮਰਤ
ਲਿਆ ਕਿ ਇੰਨਾ ਦੋਸਤ ਨਾਲ ਪਿਆਰ, ਇੰਨਾ ਦੋਸਤ ਇੱਜ਼ਤ ਕੀਤੀ ਕਿ ਉਸਨੂੰ ਆਪਣੇ ਸਿੰਘਾਸਨ 'ਤੇ ਬਿਠਾ ਕੇ ਉਸਦੇ ਖੁਦ ਜਿਹੜੇ ਪਰਮਾਤਮਾ ਨੇ, ਕ੍ਰਿਸ਼ਨ ਰੂਪੀ ਪਰਮਾਤਮਾ ਨੇ, ਕਹਿੰਦੇ ਨੇ ਕਿ ਆਪ ਜਿਹੜੇ ਸੀ ਕਿ ਪੈਰ ਜਿਹੜੇ ਉਸ 'ਤੇ ਧੋਤੇ। ਪੁੱਛੇ ਕੁਸ਼ਲ ਪਿਆਰ ਕਰ ਗੁਰੂ ਸੇਵਾ ਕੀ ਕਥਾ ਸੁਣਾਏ। ਕਹਿੰਦੇ ਕਿ ਫਿਰ ਪਿਆਰ ਨਾਲ ਕ੍ਰਿਸ਼ਨ ਜੀ ਨੇ ਸੁਦਾਮਾ ਤੋਂ ਉਸਦੇ ਘਰ ਦੀ ਸੁੱਖ ਸਾਂਦ ਪੁੱਛੀ ਕਿ ਘਰ ਦੇ ਕੀ ਹਾਲਾਤ ਨੇ, ਬੱਚਿਆਂ ਦਾ ਕੀ ਹਾਲ ਚਾਲ ਹੈ। ਫਿਰ ਗੁਰੂ ਸੇਵਾ ਦੀ ਕਥਾ ਕੀਤੀ ਕਿ ਕਿਵੇਂ ਉਹ ਦੋਵੇਂ ਗੁਰੂ ਦੇ ਕਿਸ ਤਰ੍ਹਾਂ ਗੁਰੂ ਕੋ ਦੀਕਸ਼ਾ ਲਈ, ਉਹਨਾਂ ਨੇ ਕਿਸ ਤਰ੍ਹਾਂ ਗੁਰੂ ਦੇ ਕੋਲ ਰਹਿੰਦੇ ਸੀ। ਸਭ ਗੱਲਾਂ ਉਹਨਾਂ ਪਿਛਲੀ ਆਪਣੇ ਬਚਪਨ ਦੀਆਂ ਕੁਝ ਗੱਲਾਂ ਵੀ ਯਾਦ ਕੀਤੀਆਂ। ਲੈ ਕੇ ਤੰਦੁਲ ਚੱਬਿਓ ਵਿਦਾ ਕਰ ਅੱਗੇ ਪਹੁੰਚਾਏ। ਜਿਹੜਾ ਸੁਦਾਮਾ ਜੀ ਸੀ ਨਾ, ਜਦੋਂ ਘਰੋਂ ਚੱਲੇ ਸੀ, ਜਦੋਂ ਅਸੀਂ ਵੀ ਕਿਸੇ ਮਹਿਮਾਨ ਦੇ ਘਰ ਜਾਂ ਕਿਸੇ ਦੇ ਰਿਸ਼ਤੇਦਾਰ ਦੇ ਘਰ ਜਾਂਦੇ ਤਾਂ ਕੋਈ ਨਾ ਕੋਈ ਤੋਹਫਾ ਜਾਂ ਕੋਈ ਨਾ ਕੋਈ ਚੀਜ਼ ਮਿਠਾਈ ਲੈ ਕੇ ਜਾਂਦੇ ਹਾਂ। ਤਾਂ ਸੁਦਾਮਾ ਤਾਂ ਬਹੁਤ ਗਰੀਬ ਸੀ ਅਤੇ ਉਹ ਵੀ ਸੋਚਦਾ ਸੀ ਕਿ ਮੈਂ ਕ੍ਰਿਸ਼ਨ ਦੇ ਕੋਲ ਜਾਵਾਂਗਾ ਤਾਂ ਕੀ ਲੈ ਕੇ ਜਾਵਾਂਗਾ। ਤਾਂ ਉਹ ਆਪਣੇ ਘਰੋਂ ਜਿਹੜੇ ਸੀ ਕਿ ਜਿਹੜੇ ਜੇ ਚਾਵਲ ਹੁੰਦੇ ਨੇ ਨਾ, ਉਹ ਬੰਨ੍ਹ ਕੇ ਲੈ ਕੇ ਆ ਗਿਆ ਸੀ। ਨਾਲ ਉਸਦੀ ਪਤਨੀ ਨੇ ਉਸਨੂੰ ਚਾਵਲ ਦੇ ਦਿੱਤੇ ਸੀ ਕੱਪੜੇ 'ਚ ਬੰਨ੍ਹ ਕੇ। ਪਰ ਇੱਥੇ ਜਦੋਂ ਰਾਜੇ ਕ੍ਰਿਸ਼ਨ ਦਾ ਆ ਕੇ ਵੇਖਿਆ ਕਿ ਕ੍ਰਿਸ਼ਨ ਕੋਲ ਤਾਂ ਬਹੁਤ ਪੈਸਾ ਹੈ ਔਰ ਬਹੁਤ ਵੱਡਾ ਉਹ ਰਾਜਾ, ਤਾਂ ਉਹ ਜਿਹੜਾ ਸੁਦਾਮਾ ਭੇਟਾ ਲੈ ਕੇ ਆਇਆ ਸੀ ਪਿਆਰ ਨਾਲ, ਉਸਨੂੰ ਲੁਕਾਉਂਦਾ ਫਿਰ ਰਿਹਾ ਸੀ ਕਿ ਪਤਾ ਨਹੀਂ ਕ੍ਰਿਸ਼ਨ ਵੇਖ ਕੇ ਕੀ ਕਹੇਗਾ। ਪਰ ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਾ ਕਿ ਸੁਦਾਮਾ ਜੀ ਉਸ ਵਾਸਤੇ ਕੁਝ ਲਿਆਏ ਨੇ ਔਰ ਲੁਕਾ ਲਏ ਹਨ, ਤਾਂ ਕ੍ਰਿਸ਼ਨ ਜੀ ਨੇ ਜ਼ਬਰਦਸਤੀ ਸੁਦਾਮਾ ਜੀ ਕੋ ਭੇਟਾ ਲਈ ਔਰ ਦੇਖਿਆ ਕਿ ਉਸਦੇ ਪੱਲੇ ਚਾਵਲ ਲੈ ਕੇ ਕ੍ਰਿਸ਼ਨ ਜੀ ਨੇ ਸੁਦਾਮਾ ਦੇ ਸਾਹਮਣੇ ਬਹਿ ਕੇ ਉਹ ਚਾਵਲ ਚੱਬੇ ਖਾਦੇ, ਜਿਹੜੇ ਕਿ ਉਸਦੀ ਪਤਨੀ ਸੁਦਾਮਾ ਦੀ ਪਤਨੀ ਨੇ ਭੇਜੇ ਸੀ। ਇਸ ਪਿੱਛੋਂ ਪੁੱਛੇ ਲੈ ਕੇ ਤੰਦੁਲ ਚੱਬੇ, ਚਾਵਲ ਖਾਣ ਤੋਂ ਬਾਅਦ ਵਿੱਚ ਵਿਦਾ ਕਰ ਅੱਗੇ ਪਹੁੰਚਾਏ। ਇਸ ਤੋਂ ਬਾਅਦ ਕ੍ਰਿਸ਼ਨ ਜੀ ਨੇ ਸੁਦਾਮੇ ਨੂੰ ਵਿਦਾ ਕੀਤਾ ਤੇ ਆਪ ਅੱਗੇ ਤੱਕ ਛੱਡਣ ਲਈ ਗਏ। ਜਿਵੇਂ ਅਸੀਂ ਘਰ ਦੇ ਦਰਵਾਜ਼ੇ ਤੱਕ ਕਿਸੇ ਨੂੰ ਤੋਰਨ ਜਾਂਦੇ, ਉਸ ਤਰ੍ਹਾਂ ਕ੍ਰਿਸ਼ਨ ਜੀ ਰਾਜਾ ਹੋਣ ਦੇ ਬਾਵਜੂਦ ਵੀ ਅੱਗੇ ਤੱਕ ਆਪਣੇ ਦੋਸਤ ਨੂੰ ਛੱਡਣ ਗਏ। ਚਾਰ ਪਦਾਰਥ ਸੁਕਰ ਪਠਾਏ। ਕ੍ਰਿਸ਼ਨ ਜੀ ਨੇ ਉਸਦੇ ਘਰ, ਜਿਹੜੇ ਕਿ ਸੁਦਾਮਾ ਦੇ ਘਰ ਕਹਿੰਦੇ ਸੁਦਾਮਾ ਰਸਤੇ 'ਚ ਜਾ ਰਿਹਾ ਵਾਪਸ, ਜਦੋਂ ਕ੍ਰਿਸ਼ਨ ਜੀ ਨੂੰ ਮਿਲ ਕੇ ਤੇ ਸੋਚਦਾ ਜਾ ਰਿਹਾ ਸੀ ਕਿ ਮੈਨੂੰ ਤਾਂ ਕ੍ਰਿਸ਼ਨ ਜੀ ਨੇ ਕੋਈ ਭੇਟਾ ਨਹੀਂ ਦਿੱਤੀ ਜਾਂ ਮੈਨੂੰ ਕੋਈ ਤੋਹਫੇ ਨਹੀਂ ਦਿੱਤੇ, ਮੈਂ ਤਾਂ ਗਰੀਬੀ ਮੈਂ ਇੰਨਾ ਗਰੀਬ ਹਾਂ, ਮੇਰੀ ਪਤਨੀ ਜਾ ਕੇ ਮੈਨੂੰ ਫੇਰ ਕਹੇਗੀ ਕਿ ਆਪਣੇ ਦੋਸਤ ਕੋ ਕੁਛ ਨਹੀਂ ਲੈ ਕੇ ਆਇਆ। ਲੇਕਿਨ ਕ੍ਰਿਸ਼ਨ ਜੀ ਨੇ ਉਸਦੇ ਘਰ ਪਹਿਲਾਂ ਹੀ, ਸੁਦਾਮਾ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਕ੍ਰਿਸ਼ਨ ਜੀ ਨੇ ਉਸਦੇ ਘਰ 4 ਪ੍ਰਕਾਰ ਦੇ ਜਿਹੜੇ ਸੁੱਖ ਤਰ੍ਹਾਂ ਦੇ, ਹਰ ਤਰ੍ਹਾਂ ਦੇ ਸੁੱਖ ਜਿਹੜੇ ਸੀ, ਸੁਵਿਧਾਵਾਂ ਸੀ, ਉਸਦੇ ਘਰ ਪਹਿਲਾਂ ਹੀ ਭੇਜ ਦਿੱਤੀਆਂ ਸਨ। 4 ਪ੍ਰਕਾਰ ਦੇ ਪਦਾਰਥ ਜਿਵੇਂ ਧਰਮ, ਅਰਥ, ਕਾਮ, ਮੋਖ, ਸੰਕੋਚ, ਸਭ ਕੁਝ ਹੁੰਦਾ ਭੇਜ ਦਿੱਤੇ ਸੀ, ਉਸਨੂੰ ਮਾਲਾ ਮਾਲ ਕਰ ਦਿੱਤਾ ਸੀ। ਇਹ ਸੀ ਕ੍ਰਿਸ਼ਨ ਦੇ ਸੁਦਾਮਾ ਦੀ ਜਿਹੜੀ ਕਿ ਦੋਸਤੀ। ਸੋ ਭਾਈ ਗੁਰਦਾਸ ਜੀ ਦੀ ਰਚਨਾ ਦਾ ਲਾਸਟ ਜਿਹੜਾ ਅਖੀਰਲਾ ਪੈਰਾ ਹੈ, ਇਹ ਜਿਹੜਾ ਪੈਰਾ ਹੈ, ਇਸ ਵਿੱਚ ਭਾਈ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦਾ ਜਿਹੜੀ ਸਿੱਧਾਂ ਦੇ ਨਾਲ ਵਿਚਾਰ ਜਾਂ ਗੱਲਬਾਤ ਹੋਈ ਸੀ, ਉਸ ਉੱਪਰ ਸਿੱਧਾਂ ਉੱਪਰ ਗੁਰੂ ਨਾਨਕ ਦੇਵ ਜੀ ਦਾ ਸਿੱਧਾਂ ਦੇ ਉੱਪਰ ਕੀ ਪ੍ਰਭਾਵ ਪਿਆ ਹੈ, ਉਹਨਾਂ ਨਾਲ ਕੀ ਗੱਲਬਾਤ ਹੋਈ, ਥੋੜ੍ਹਾ ਬਹੁਤ ਉਸ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਪਹਿਲੀ ਲਾਈਨ ਹੈ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਮਾਤ ਲੋਕ ਹੁੰਦਾ ਮਾਤ ਭੂਮੀ, ਯਾਨੀ ਕਿ ਦੁਨੀਆ, ਭਾਰਤ ਵਰਸ਼ ਨੂੰ ਮਾਤ ਭੂਮੀ ਕਿਹਾ ਗਿਆ। ਵਰਤਾਰਾ ਮਤਲਬ ਕੀ ਹਾਲ ਚਾਲ ਹੈ। ਤਾਂ ਕਹਿ ਰਹੇ ਨੇ ਕਿ ਭਾਈ ਸਾਹਿਬ ਲਿਖਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਨੂੰ ਕਿ ਇਹ ਨਾਨਕ ਦੇਵ ਜੀ, ਮਾਤ ਲੋਕ ਵਿੱਚ ਕੀ ਵਰਤਾਰਾ ਚੱਲ ਰਿਹਾ ਹੈ। ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਹੋ ਰਿਹਾ, ਕਿ ਦੁਨੀਆ ਵਿੱਚ ਜਾਂ ਇਸ ਭਾਰਤ ਭੂਮੀ ਉੱਤੇ ਕੀ ਚੱਲ ਰਿਹਾ ਹੈ। ਕਿਉਂਕਿ ਸਿੱਧਾਂ ਨੂੰ ਪਤਾ ਲੱਗ ਗਿਆ ਸੀ ਕਿ ਜਿਹੜੇ ਉਹਨਾਂ ਨੇ ਦੇਖ ਲਿਆ ਸੀ ਗੁਰੂ ਨਾਨਕ ਦੇਵ ਜੀ ਦੇ ਕਥਨਾਂ ਤੋਂ, ਉਹਨਾਂ ਦੇ ਤੇਜ ਤੋਂ, ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਗਿਆ ਸੀ ਕਿ ਕਲਯੁਗ ਨੂੰ ਤਾਰਨ ਵਾਸਤੇ ਇਹ ਕੋਈ ਗੁਰੂ ਜੀ ਨੇ ਆਏ ਨੇ। ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਕਿ ਸਿੱਧ ਗੁਰੂ ਨਾਨਕ ਦੇਵ ਜੀ ਨੇ ਪੁੱਛ ਲਿਆ ਨੇ ਕਿ ਮਾਤ ਲੋਕ ਵਿੱਚ ਕੀ ਚੱਲ ਰਿਹਾ ਹੈ। ਸਭ ਸਿੱਧੀ ਇਹ ਬੁੱਝਿਆ, ਕਿ ਸਭ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ, ਉਹਨਾਂ ਦੇ ਵਚਨ ਦੇਖ ਕੇ, ਉਹਨਾਂ ਦੇ ਵਚਨ ਸੁਣ ਕੇ ਪੜ੍ਹ ਲਿਆ ਸੀ ਕਿ ਇਸ ਕਲਯੁਗ ਰੂਪ ਵਿੱਚ, ਇਸ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਅਵਤਾਰ ਲੈ ਕੇ ਇਸ ਦੁਨੀਆ ਵਿੱਚ ਆਏ ਨੇ, ਇਸ ਦੁਨੀਆ ਨੂੰ ਪਾਪ ਤੋਂ ਕੱਢਣ ਵਾਸਤੇ ਆਏ ਨੇ। ਬਾਬੇ ਕਹਿਆ ਨਾਥ ਜੀ, ਫਿਰ ਬਾਬਾ ਜੀ ਯਾਨੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੇ ਸਾਧੂ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਨਾਥ ਜੀ, ਸੱਚ ਰੂਪੀ ਜਿਹੜਾ ਚੰਦਰਮਾ ਹੈ ਕਿਤੇ ਵੀ ਦੁਨੀਆ ਤੇ ਨਜ਼ਰ ਨਹੀਂ ਆਉਂਦੇ, ਤੇ ਝੂਠ ਦਾ ਜਿਹੜਾ ਕਿ ਹਨੇਰਾ ਪ੍ਰਧਾਨ ਹੈ। ਇੱਥੇ ਸੱਚ ਦੀ ਉਪਮਾ ਕੀਤੀ ਗਈ ਹੈ ਚੰਦਰਮਾ ਦੇ ਨਾਲ, ਔਰ ਪਾਪ ਦੀ ਜਾਂ ਝੂਠ ਦੀ ਕੀਤੀ ਗਈ ਹੈ ਅੰਧੇਰੇ ਦੇ ਨਾਲ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਇਹ ਨਾਥ ਜੀ, ਇਸ ਧਰਤੀ ਉੱਤੇ ਜਿਹੜਾ ਸੱਚ ਰੂਪੀ ਚੰਦਰਮਾ ਹੈ ਉਹ ਨਜ਼ਰ ਨਹੀਂ ਆ ਰਿਹਾ, ਤੇ ਜਿਹੜਾ ਝੂਠ ਦਾ ਹਨੇਰਾ ਹੈ ਉਹੀ ਪ੍ਰਧਾਨ ਹੈ, ਯਾਨੀ ਕਿ ਝੂਠ ਦਾ ਹੀ ਇੱਥੇ ਬੋਲਬਾਲਾ ਹੋ ਰਿਹਾ ਹੈ। ਕੂੜ ਪਾਪ ਗਿਰਾਸੀ ਪ੍ਰਿਥਵੀ ਤੌਲ ਖੜਾ ਤਰ ਹੇਠ ਪੁਕਾਰਾ। ਕਹਿ ਰਹੇ ਨੇ ਕਿ ਜਿਹੜੀ ਜਿਸ ਤਰ੍ਹਾਂ ਕਿ ਕਹਿੰਦੇ ਕਿ ਮੈਂ ਸੰਸਾਰ ਵਿੱਚ ਸੱਚ ਨੂੰ ਲੱਭਣ ਲਈ ਚੜਿਆ ਹਾਂ, ਪਾਪ ਨੇ ਜਿਹੜੀ ਸਾਰੀ ਧਰਤੀ ਹੈ ਗ੍ਰਸ ਲਈ ਹੈ। ਪਾਪ ਗਿਰਾਸੀ ਪ੍ਰਿਥਵੀ, ਕਿ ਪਾਪ ਨੇ ਪੂਰੀ ਧਰਤੀ ਪ੍ਰਿਥਵੀ ਨੂੰ ਗ੍ਰਸ ਲਿਆ ਹੈ, ਪੂਰੇ ਆਪਣੇ ਕੰਟਰੋਲ 'ਚ ਕਰ ਲਿਆ ਹੈ। ਧਰਮ ਰੂਪੀ ਜਿਹੜਾ ਬਲਦ ਧਰਤੀ ਦੇ ਹੇਠਾਂ ਖੜਾ ਸੀ, ਉਹ ਚੀਕ ਪੁਕਾਰ ਕਰ ਰਿਹਾ ਹੈ ਤੇ ਉਹ ਕਹਿ ਰਿਹਾ ਹੈ ਕਿ ਇਸ ਧਰਤੀ ਤੋਂ ਪਾਪ ਨੂੰ ਖਤਮ ਕਰੋ। ਦੁਬਾਰਾ ਇਸ ਲਾਈਨ ਨੂੰ ਸਮਝਾਉਂਦੀ ਹਾਂ।
ਬਾਬੇ ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਨਾਨਕ ਜੀ ਮਾਤਲੋਕ ਵਿੱਚ ਕੀ ਵਰਤਾਰਾ ਚੱਲ ਰਿਹਾ ਹੈ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਸਿੱਧਾਂ ਨੂੰ ਕਿ ਗੁਰੂ ਨਾਨਕ ਦੇਵ ਜੀ ਇਸ ਕਲਯੁਗ ਵਿੱਚ ਦੁਨੀਆ ਨੂੰ ਤਾਰਨ ਵਾਸਤੇ ਇਹਨਾਂ ਨੇ ਅਵਤਾਰ ਲਿਆ ਹੈ। ਤਾਂ ਬਾਬੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਹੇ ਸਿੱਧਨਾਥ ਜੀ, ਇਸ ਧਰਤੀ ਉੱਤੇ ਸੱਚ ਰੂਪੀ ਜਿਹੜਾ ਚੰਦਰਮਾ ਹੈ ਖਤਮ ਹੋ ਗਿਆ ਹੈ ਤੇ ਪਾਪ ਹੀ ਪਾਪ ਹੈ। ਔਰ ਨਾਲ ਹੀ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਇਸ ਪਾਪ ਉਸਨੇ ਪੂਰੀ ਧਰਤੀ ਤੇ ਪਾਪ ਇੰਨਾ ਫੈਲ ਚੁੱਕਾ ਹੈ ਕਿ ਉਹਨੇ ਪਾਪ ਨੇ ਹੀ ਧਰਤੀ ਨੂੰ ਕੰਟਰੋਲ ਕਰ ਲਿਆ ਹੈ। ਤੇ ਜੋ ਲੋਕ ਕਹਿੰਦੇ ਨੇ ਨਾ ਕਿ ਧਰਤੀ ਦੇ ਥੱਲੇ ਬਲਦ ਖੜਾ ਹੈ, ਆਪਣੇ ਸਿੰਘਾਂ ਉੱਤੇ ਧਰਤੀ ਨੂੰ ਚੁੱਕ ਕੇ ਖੜਿਆ ਹੈ, ਤੇ ਉਹ ਕਹਿੰਦੇ ਕਿ ਜਿਹੜਾ ਧਰਤੀ ਹੇਠਾਂ ਬਲਦ ਹੈ ਉਹ ਵੀ ਚੀਕ ਪੁਕਾਰ ਕਰਕੇ ਕਹਿ ਰਿਹਾ ਹੈ, ਚੀਕ ਕੇ ਕਹਿ ਰਿਹਾ ਕਿ ਧਰਤੀ ਤੋਂ ਪਾਪ ਜਿਹੜਾ ਹੈ ਘੱਟ ਕਰੋ, ਧਰਤੀ ਤੇ ਪਾਪ ਜਿਹੜੇ ਨੇ ਬਹੁਤ ਜ਼ਿਆਦਾ ਕਿ ਵੱਧ ਚੁੱਕੇ ਹਨ ਔਰ ਮੇਰੇ ਕੋਲ ਧਰਤੀ ਦਾ ਭਾਰ ਜਿਹੜਾ ਹੈ ਕਿ ਚੁੱਕਿਆ ਨਹੀਂ ਜਾ ਰਿਹਾ। ਸਿੱਧ ਛਿਪ ਬੈਠੇ ਪਰਬਤੀ, ਕਿ ਜਿਹੜੇ ਵੱਡੇ ਵੱਡੇ ਸਿੱਧ ਨੇ, ਸਾਧੂ ਨੇ, ਉਹ ਪਰਬਤਾਂ ਪਿੱਛੇ ਜਾ ਕੇ ਬੈਠ ਗਏ ਨੇ ਭਗਤੀ ਕਰਨ ਵਾਸਤੇ। ਤੇ ਕੌਣ ਜਗਤ ਕੋ ਪਾਰ ਉਤਾਰਾ, ਕਿ ਵੱਡੇ ਵੱਡੇ ਸਾਧੂ ਤਾਂ ਪਰਬਤਾਂ ਤੇ ਜਾ ਕੇ ਬੈਠ ਗਏ ਨੇ ਭਗਤੀ ਕਰਨ ਲਈ, ਹੋਰ ਤਪੱਸਿਆ ਕਰਨ ਲਈ, ਤੇ ਇਸ ਜਗਤ ਨੂੰ ਕੌਣ ਪਾਰ ਉਤਾਰੇਗਾ, ਇਸ ਧਰਤੀ ਤੋਂ ਪਾਪ ਨੂੰ ਕੌਣ ਖਤਮ ਕਰੇਗਾ। ਕੋਈ ਤੇ ਹੋਵੇ ਜਿਹੜਾ ਇਸ ਧਰਤੀ ਨੂੰ ਪਾਪ ਤੋਂ ਮੁਕਤੀ ਦਿਲਾ ਸਕੇ, ਕੋੜਾ ਦੁੱਖਾਂ ਨੂੰ ਕੱਟ ਸਕੇ। ਜੋਗੀ ਗਿਆਨ ਵਿਹੋਣੀਆਂ ਨਿਸ ਦਿਨ ਲਗਨ ਛਾਰਾ, ਕਹਿੰਦੇ ਜਿਹੜੇ ਗਿਆਨ ਤੋਂ ਸਖਨੇ ਜੋਗੀ ਨੇ, ਉਹ ਲੋਕ ਨੇ ਰਾਤ ਦਿਨ ਸਰੀਰ ਉੱਤੇ ਸੁਆਹ ਮਲ ਛੱਡਦੇ ਹਨ। ਉਹ ਸੰਸਾਰ ਪ੍ਰਤੀ ਆਪਣੇ ਫਰਜ਼ਾਂ ਨੂੰ ਅਨੁਭਵ ਹੀ ਜਿਹੜਾ ਨਹੀਂ ਕਰਦੇ। ਬਾਜ ਗੁਰੂ ਡੂਬਾ ਜਗ ਸਾਰਾ, ਤੇ ਕਹਿੰਦੇ ਕਿ ਗੁਰੂ ਤੋਂ ਬਿਨਾਂ ਸਾਰਾ ਜਗਤ ਹੀ ਜਿਹੜਾ ਕਿ ਅਗਿਆਨ ਵਿੱਚ ਡੁੱਬ ਰਿਹਾ ਹੈ। ਦੁਬਾਰਾ ਸਮਝਾ ਰਹੀ ਹਾਂ। ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਤੋਂ ਸਿੱਧਾਂ ਨੇ ਪੁੱਛਿਆ ਕਿ ਗੁਰੂ ਜੀ ਦੁਨੀਆ ਵਿੱਚ ਮਾਤਲੋਕ ਵਿੱਚ ਕੀ ਚੱਲ ਰਿਹਾ ਹੈ, ਤੇ ਗੁਰੂ ਜੀ ਨੇ ਕਿਹਾ ਹੈ ਕਿ ਸੱਚ ਰੂਪੀ ਜਿਹੜਾ ਚੰਦਰਮਾ ਖਤਮ ਹੈ ਤੇ ਪਾਪ ਹੀ ਪਾਪ ਹੈ। ਔਰ ਪਾਪ ਨੇ ਇਸ ਧਰਤੀ ਉੱਤੇ ਇੰਨਾ ਜ਼ਿਆਦਾ ਪਾਪ ਵੱਧ ਚੁੱਕਾ ਹੈ ਕਿ ਧਰਤੀ ਦੇ ਹੇਠਾਂ ਜਿਹੜਾ ਬਲਦ ਖੜਾ ਹੈ ਉਹ ਵੀ ਚੀਕ ਕੇ ਕਹਿ ਰਿਹਾ ਹੈ ਕਿ ਧਰਤੀ ਤੋਂ ਪਾਪ ਦਾ ਜਿਹੜਾ ਭਾਰ ਹੈ ਘੱਟ ਕਰੋ, ਮੇਰੇ ਕੋਲ ਧਰਤੀ ਦਾ ਭਾਰ ਚੁੱਕਿਆ ਨਹੀਂ ਜਾ ਰਿਹਾ ਕਿਉਂਕਿ ਧਰਤੀ ਤੇ ਪਾਪ ਵੱਧ ਚੁੱਕਾ ਹੈ। ਔਰ ਫਿਰ ਇਹ ਵੀ ਨਾਲ ਹੀ ਕਹਿ ਰਹੇ ਕਿ ਜਿਹੜੇ ਤੁਹਾਡੇ ਵਰਗੇ ਵੱਡੇ ਵੱਡੇ ਸਾਧੂ ਨੇ ਉਹ ਪਰਬਤਾਂ ਤੇ ਜਾ ਕੇ ਛੁਪ ਗਏ ਨੇ ਤਪੱਸਿਆ ਕਰਨ ਵਾਸਤੇ, ਭਗਤੀ ਕਰਨ ਵਾਸਤੇ, ਤੇ ਇਸ ਜਗਤ ਨੂੰ ਕੌਣ ਪਾਰ ਉਤਾਰੇਗਾ, ਇਸ ਧਰਤੀ ਤੋਂ ਜਿਹੜਾ ਪਾਪ ਹੈ ਉਹ ਇਸ ਨੂੰ ਕੌਣ ਜਿਹੜਾ ਕਿ ਖਤਮ ਕਰੇਗਾ। ਜੋਗੀ ਗਿਆਨ ਵਿਹੋਣਿਆ ਨਿਸ ਦਿਨ ਅੰਗ ਲਗਾਇਨ ਛਾਰਾ, ਤੇ ਜਿਹੜੇ ਗਿਆਨ ਤੋਂ ਬਿਨਾਂ ਜੋਗੀ ਨੇ ਉਹ ਲੋਕ ਜਿਹੜੇ ਰਾਤ ਦਿਨ ਸਰੀਰ ਉੱਤੇ ਸੁਆਹ ਮਲ ਕੇ ਆਪਣੇ ਆਪ ਨੂੰ ਸਾਧੂ ਕਹਾਉਂਦੇ ਨੇ, ਤੇ ਉਹ ਇਹ ਵੀ ਨਹੀਂ ਸਮਝਦੇ ਕਿ ਸਾਡਾ ਸੰਸਾਰ ਪ੍ਰਤੀ ਕੀ ਫਰਜ਼ ਹੈਗਾ। ਅਸੀਂ ਲੋਕਾਂ ਨੂੰ ਚੰਗੇ ਕਰਮਾਂ ਵੱਲ ਲਾਉਣਾ ਚਾਹੀਦਾ ਹੈਗਾ, ਨਾ ਕਿ ਉਹਨਾਂ ਨੂੰ ਝੂਠੇ ਡੰਬਰਾਂ ਵੱਲ ਲਾਉਣਾ ਚਾਹੀਦਾ ਹੈ। ਤੇ ਗੁਰੂ ਤੋਂ ਬਿਨਾਂ ਜਿਹੜਾ ਕਿ ਸਾਰਾ ਹੀ ਜਿਹੜਾ ਜਗਤ ਹੈ ਅਗਿਆਨ ਵਿੱਚ ਡੁੱਬ ਗਿਆ ਹੈ, ਕਿ ਕੋਈ ਤੇ ਗੁਰੂ ਚਾਹੀਦਾ ਹੈ ਜਿਹੜਾ ਕਿ ਇਸ ਦੁਨੀਆ ਨੂੰ ਪਾਰ ਉਤਾਰ ਸਕੇ। ਸੋ ਇਹ ਸੀ ਸਾਰੀ ਰਚਨਾ ਭਾਈ ਗੁਰਦਾਸ ਜੀ ਦੀ। ਪਹਿਲੇ ਪੈਰੇ ਵਿੱਚ ਅਸੀਂ ਰਾਜੇ ਹਰੀਚੰਦ ਬਾਰੇ ਪੜ੍ਹਿਆ, ਫਿਰ ਅਸੀਂ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਬਾਰੇ ਪੜ੍ਹਿਆ, ਫਿਰ ਅਸੀਂ ਜਿਹੜੀ ਸਿੱਧ ਗੋਸ਼ਟੀ ਹੋਈ ਸੀ ਗੁਰੂ ਨਾਨਕ ਦੇਵ ਜੀ ਸਿੱਧਾਂ ਦੇ ਨਾਲ, ਉਸ ਬਾਰੇ ਅਸੀਂ ਪੜ੍ਹਿਆ। ਉਮੀਦ ਕਰ ਰਹੀ ਤੁਹਾਨੂੰ ਸਭ ਸਮਝ ਆ ਗਿਆ ਹੋਏਗਾ, ਪਰ ਫਿਰ ਵੀ ਜੇ ਕੋਈ ਚੀਜ਼ ਰਹੇਗੀ ਨਹੀਂ ਸਮਝ ਆਈ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਸਨੂੰ ਦੁਬਾਰਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੀ। ਧੰਨਵਾਦ।